ਸਲੋਕ ਨੇ ਉਚਾਰਨ ਕੀਤੇ ਨੇ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ। ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਸੱਚੇ ਪਾਤਸ਼ਾਹ ਗੁਰੂ ਨਾਨਕ ਬਾਬੇ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਸਲੋਕ ਹੈ। ਫਿਰ ਦੂਸਰਾ ਸਲੋਕ ਇੱਥੇ ਮਹੱਲਾ ਦੂਜਾ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਹੈ। ਵੈਦਾ ਵੈਦ ਸੋ ਵੈਦ ਤੂੰ, ਪਹਿਲਾਂ ਰੋਗ ਪਛਾਣ। ਇਸ ਵਿਚਾਰ ਨੂੰ ਸਮਝਣ ਵਾਸਤੇ ਸਮਝਣਾ ਪੈਣਾ ਕਿ ਜਿਸ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਨੇ, ਧੰਨ ਧੰਨ ਹੋ ਰਹੀ ਹੈ, ਜੈ ਜੈਕਾਰ ਹੋ ਰਹੀ ਹੈ, ਕਿਉਂਕਿ ਇਲਾਕੇ ਦਾ ਰਾਏ ਭੋਏ ਦੀ ਤਲਵੰਡੀ ਦਾ ਰਾਏ ਬੁਲਾਰ ਸ਼ਰਧਾਲੂ ਹੋ ਗਿਆ। ਉਸਨੇ ਦੇਖਿਆ ਇਹਨਾਂ ਦੇ ਸੀਸ ਤੇ ਸੱਪ ਨੇ ਛਾਂ ਕੀਤੀ ਹੈ, ਸ਼ਰਧਾਲੂ ਹੋ ਗਿਆ। ਬੇਨਤੀ ਕਰਦਾ, ਚਰਨ ਪਕੜ ਕੇ ਕਹਿੰਦਾ, ਗੁਰੂ ਨਾਨਕ ਬਾਬਾ ਅਵਤਾਰੀ ਪੁਰਖ, ਤੁਹਾਡੇ ਪਰਥਾਏ ਪੰਡਤ ਹਰਦਿਆਲ ਨੇ ਨਾਮ ਰੱਖਣ ਵੇਲੇ, ਪੱਤਰੀ ਵਾਚਣ ਵੇਲੇ ਵੀ ਕਿਹਾ ਸੀ ਇਹ ਸਮਾਂ ਅਵਤਾਰੀ ਪੁਰਖਾਂ ਦੇ ਜਨਮ ਲੈਣ ਦਾ। ਇਸ ਵਾਸਤੇ ਆਪ ਜੀ ਅਵਤਾਰੀ ਪੁਰਖ ਹੋ। ਕਦੇ ਦਰਖਤ ਦਾ ਪਰਛਾਵਾਂ ਟਿਕਿਆ ਰਹਿੰਦਾ, ਸਤਿਗੁਰੂ ਸੁੱਤੇ ਰਹਿੰਦੇ ਨੇ। ਕਦੇ ਸੀਸ ਉੱਪਰ ਸੱਪ ਛਾਂ ਕਰਦਾ, ਸੱਪ ਸੰਸਾਰ ਦੀ ਜ਼ਹਿਰ ਹੈ, ਪਰ ਉਹ ਗੁਰਦੇਵ ਪਿਤਾ ਦੀ ਸੇਵਾ ਵਿੱਚ ਲੱਗ ਜਾਂਦਾ ਹੈ, ਕੁਝ ਵਿਗਾੜਦਾ ਨਹੀਂ, ਰਾਏ ਬੁਲਾਰ ਦੇਖ ਕੇ ਪ੍ਰਭਾਵਿਤ ਹੁੰਦਾ ਹੈ। ਕਦੇ ਇੱਕ ਰਾਹਕ ਆ ਕੇ ਕਹਿੰਦਾ, ਖੇਤੀ ਮੇਰੀ ਉਜਾੜ ਦਿੱਤੀ, ਪਸ਼ੂ ਚਾਰਦੇ ਚਾਰਦੇ ਬਾਬੇ ਨਾਨਕ ਨੇ, ਪਿਤਾ ਪਟਵਾਰੀ ਹੈ, ਕਹਿੰਦੇ ਬਹੁਤ ਧਨਵਾਨ ਪੁਰਖ ਨੇ, ਇਹ ਪਰਵਾਹ ਹੀ ਨਹੀਂ ਕਰਦੇ, ਦੇਖੋ ਮੇਰੇ ਖੇਤਾਂ ਵਿੱਚ ਪਸ਼ੂ ਪਾ ਦਿੱਤੇ ਤੇ ਸਾਰਾ ਖੇਤ ਉਜਾੜ ਦਿੱਤਾ। ਗੁਰੂ ਬਾਬਾ ਉਂਗਲ ਕਰਦੇ ਨੇ, ਕਹਿੰਦੇ ਨੇ, ਇਸ਼ਾਰਾ ਕਰਕੇ ਕਹਿੰਦੇ ਨੇ, ਮਹਾਰਾਜ ਉਹ ਖੇਤ ਤਾਂ ਹਰਿਆ ਭਰਿਆ ਹੈ। ਆਪਣੇ ਦੂਤ ਭੇਜ ਕੇ ਰਾਏ ਬੁਲਾਰ ਜਦੋਂ ਪਤਾ ਕਰਦਾ, ਵਾਕਿਆ ਹੀ ਉਹ ਤਾਂ ਹਰਿਆ ਭਰਿਆ ਖੇਤ ਹੈ। ਉਸੇ ਪ੍ਰਕਾਰ ਸਾਬਤ ਹੈ, ਕੋਈ ਪੱਤਾ ਵੀ ਨਹੀਂ ਟੁੱਟਿਆ। ਜਦੋਂ ਉਹ ਆ ਕੇ ਨੌਕਰ ਦੱਸਦਾ ਨਾ, ਤੇ ਰਾਏ ਬੁਲਾਰ ਸ਼ੁਕਰਾਨੇ ਨਾਲ ਭਰ ਜਾਂਦਾ ਹੈ। ਧੰਨ ਨੇ, ਕਿਉਂ? ਕਿਉਂਕਿ ਇਹ ਹੋ ਨਹੀਂ ਸਕਦਾ ਕੋਈ ਬਿਨਾਂ ਕਿਸੇ ਕਾਰਨ ਦੇ ਸ਼ਿਕਾਇਤ ਕਰੇ। ਕੋਈ ਕਾਰਨ ਜ਼ਰੂਰ ਹੋਏਗਾ, ਪਸ਼ੂ ਜ਼ਰੂਰ ਚਰ ਗਏ ਹੋਣਗੇ, ਪਰ ਬਾਬੇ ਦੀਆਂ ਬਰਕਤਾਂ ਦੇਖੋ, ਉਹ ਖੇਤ ਭਰਪੂਰ ਹੋ ਗਿਆ, ਸਾਬਤ ਹੋ ਗਿਆ। ਰਾਏ ਬੁਲਾਰ ਸ਼ਰਧਾਲੂ ਹੋ ਗਿਆ, ਵਿਸ਼ਵਾਸ ਕਰਨ ਲੱਗ ਗਿਆ। ਕਹਿੰਦਾ, ਤੁਹਾਡੇ ਕਰਕੇ ਮੇਰੀ ਇਹ ਨਗਰੀ ਹੈ, ਇਹ ਮੇਰਾ ਰਾਜ ਭਾਗ ਹੈ, ਇਹ ਸਭ ਸੁੱਖ ਸਹੂਲਤਾਂ ਤੁਹਾਡੀਆਂ ਦਿੱਤੀਆਂ ਨੇ, ਤੁਸੀਂ ਸਾਡੇ ਸੱਚੇ ਪਾਤਸ਼ਾਹ ਹੋ। ਤੇ ਗੁਰੂ ਨਾਨਕ ਬਾਬੇ ਦੀ ਜਦੋਂ ਜੈ ਜੈਕਾਰ ਹੋਈ ਨਾ, ਜਿਵੇਂ ਗੁਰਬਾਣੀ ਵਿੱਚ ਦਰਜ ਹੈ, ਜਿਨ ਹਰ ਪਾਇਓ ਤਿਨੈ ਛੁਪਾਇਓ। ਉਹ ਛੁਪ ਕੇ ਬਹਿ ਜਾਂਦੇ ਨੇ ਜਿਨ੍ਹਾਂ ਨੇ ਪਾਇਆ ਹੁੰਦਾ। ਸਤਿਗੁਰੂ ਛੁਪ ਕੇ ਬਹਿ ਗਏ। ਜਦੋਂ ਛੁਪ ਗਏ, ਭਾਵ ਘਰ ਵਿੱਚ ਨੇ, ਮਾਂ ਤ੍ਰਿਪਤਾ ਕਹਿੰਦੀ ਹੈ, ਪੁੱਤਰ ਨਾ ਸਮੇਂ ਸਿਰ ਖਾਂਦੇ ਹੋ, ਨਾ ਬੋਲਦੇ ਹੋ, ਨਾ ਗੱਲਬਾਤ ਕਰਦੇ ਹੋ, ਨਾ ਉੱਠਦੇ ਬੈਠਦੇ ਹੋ, ਨਾ ਕੋਈ ਕੰਮਕਾਰ ਕਰਦੇ ਹੋ। ਲੱਗਦਾ ਤੁਹਾਨੂੰ ਕੋਈ ਰੋਗ ਲੱਗ ਗਿਆ, ਕੋਈ ਬਿਮਾਰੀ ਆ ਕੇ ਚੰਬੜ ਗਈ, ਕੋਈ ਰੋਗ ਲੱਗ ਗਿਆ, ਕਿਸੇ ਰੋਗ ਤੇ ਗ੍ਰਸਤ ਹੋ ਗਏ ਹੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮਾਂ ਜਿਹੜਾ ਰੋਗ ਲੱਗਾ ਉਹ ਰੋਗ ਹੈ ਤਨ ਦਾ ਨਹੀਂ ਹੈ, ਮਨ ਦਾ ਹੈ। ਮਹਾਰਾਜ
ਨੂੰ ਮਾਂ ਪੁੱਛਦੀ ਹੈ ਮਨ ਦਾ ਰੋਗ ਕੀ ਹੁੰਦਾ ਹੈ? ਕਹਿੰਦੇ ਮਨ ਦਾ ਰੋਗ ਹਉਮੈ ਹੁੰਦਾ ਹੈ। ਨਾਨਕ ਹਉਮੈ ਰੋਗ ਬੁਰੇ, ਇਹ ਬਹੁਤ ਬੁਰਾ ਰੋਗ ਹੈ ਹਉਮੈ ਦਾ। ਗੁਰਦੇਵ ਪਿਤਾ ਸਤਿਗੁਰੂ ਗਿਆਨਮਈ ਵਿਗਿਆਨਮਈ ਆਲਮਾਨਾ ਢੰਗ ਨਾਲ ਬੜੀ ਵਿਦਵਤਾ ਭਰਪੂਰ ਬਚਨ ਕਰਦੇ। ਮਾਂ ਸ਼ਾਂਤ ਹੋ ਜਾਂਦੀ ਹੈ, ਫਿਰ ਹੋਰ ਸਵਾਲ ਨਹੀਂ ਕਰਦੀ। ਪਿਤਾ ਜੀ ਘਰ ਆਏ ਨੇ, ਪੁੱਤਰ ਨੂੰ ਹਰ ਵਕਤ ਬਿਸਤਰ ਤੇ ਲੰਮੇ ਪਿਆਂ ਦੇਖਿਆ ਹੈ, ਸਮਝਾਇਆ ਹੈ, ਪੁੱਤਰ ਕਦੇ ਤੁਸੀਂ ਗਾਵਾਂ ਮੱਝਾਂ ਚਾਰਨ ਵਾਸਤੇ ਜਾਂਦੇ ਰਹੇ ਹੋ, ਹੁਣ ਵੀ ਜਾਇਆ ਕਰੋ, ਕੋਈ ਕੰਮਕਾਰ ਕਰਿਆ ਕਰੋ। ਲੋਕਾਂ ਦੇ ਤੇਰੇ ਹਾਣ ਦੇ ਜਿਹੜੇ ਬਾਲਕ ਨੇ ਉਹ ਤਾਂ ਕੰਮਾਂ ਤੇ ਲੱਗ ਗਏ ਨੇ, ਧੰਦਿਆਂ ਤੇ ਲੱਗ ਗਏ ਨੇ, ਤੂੰ ਕਰਦਾ ਹੀ ਕੁਝ ਨਹੀਂ, ਤੈਨੂੰ ਵੀ ਕੁਝ ਕਰਨਾ ਚਾਹੀਦਾ। ਤੇ ਗੁਰੂ ਨਾਨਕ ਬਾਬੇ ਦਾ ਜੋ ਵਾਕ ਆਪਾਂ ਸਾਂਝਾ ਕੀਤਾ ਹੈ, ਧੰਨ ਸਿਰੰਦਾ ਸੱਚਾ ਬਾਦਸ਼ਾਹ ਜਿਨ ਜਗ ਧੰਦੇ ਲਾਇਆ। ਪਿਤਾ ਕਹਿੰਦਾ ਪੁੱਤਰਾ ਕੋਈ ਧੰਦੇ ਲੱਗ ਜਾ, ਕੋਈ ਕੰਮ ਕਰਿਆ ਕਰ। ਸਤਿਗੁਰੂ ਜਵਾਬ ਨਹੀਂ ਦਿੰਦੇ, ਚੁੱਪ ਕਰ ਜਾਂਦੇ ਨੇ। ਹਰ ਵਕਤ ਸੁੱਤੇ ਰਹਿੰਦੇ ਨੇ, ਲੰਮੇ ਪੈ ਰਹਿੰਦੇ ਨੇ, ਮੁੱਖ ਤੇ ਚਾਦਰ ਪਾਈ ਰੱਖਦੇ ਨੇ। ਅੱਜ ਮਾਂ ਤ੍ਰਿਪਤਾ ਨੇ ਕਿਹਾ ਪਤੀ ਦੇਵ ਕੋਈ ਵੈਦ ਬੁਲਾ ਲਓ, ਕਿਸੇ ਵੈਦ ਤੋਂ ਪੁੱਛ ਲਈਏ, ਸਲਾਹ ਲੈ ਲਈਏ। ਪਟਵਾਰੀ ਪਿਤਾ ਜੀ ਨੇ ਅੱਜ ਆਪਣਾ ਨੌਕਰ ਭੇਜ ਕੇ ਵੈਦ ਬੁਲਾਇਆ। ਉਹ ਸਰਾਣੇ ਤੇ ਆ ਕੇ ਗੁਰੂ ਨਾਨਕ ਬਾਬੇ ਦੇ ਬੈਠਾ, ਸੱਚੇ ਪਾਤਸ਼ਾਹ ਦੀ ਬਾਂਹ ਪਕੜ ਕੇ ਦੇਖਣ ਲੱਗੇ। ਪਹਿਲਾਂ ਮੁਖ ਤੋਂ ਕੱਪੜਾ ਪਰਾਂ ਕੀਤਾ, ਨੇਤਰ ਸਤਿਗੁਰੂ ਦੇ ਬੰਦ ਸਨ। ਗੁਰਦੇਵ ਪਿਤਾ ਦੀ ਫਿਰ ਬਾਂਹ ਪਕੜੀ ਹੈ, ਨਬਜ਼ ਉੱਤੇ ਆਪਣੀਆਂ ਉਂਗਲਾਂ ਦੇ ਪੋਟੇ ਟਿਕਾ ਕੇ ਜਿਵੇਂ ਹੀ ਦੇਖਣ ਲੱਗੇ ਤੇ ਸੱਚੇ ਪਾਤਸ਼ਾਹ ਨੇ ਬਾਂਹ ਪਿਛਾਂ ਹਟਾ ਲਈ ਹੈ। ਵੈਦ ਦਾ ਨਾਮ ਹਰਦਾਸ ਹੈ, ਪ੍ਰੇਮ ਭਾਵ ਵਿੱਚ ਆਇਆ ਹੋਇਆ ਸਿਫਤਾਂ ਤਾਂ ਸੁਣਦਾ ਰਹਿੰਦਾ ਹੈ ਬਾਬੇ ਨਾਨਕ ਦੀਆਂ। ਜੋ ਕੁਦਰਤ ਦੀ ਕਲਾ ਨੂੰ ਪ੍ਰਗਟ ਕੀਤਾ ਸੱਚੇ ਪਾਤਸ਼ਾਹ ਨੇ, ਉਹ ਸੁਣਦਾ ਰਹਿੰਦਾ, ਇਹ ਵੀ ਸੁਣਦਾ ਰਹਿੰਦਾ। ਇਹ ਕਲਯੁਗੀ ਅਵਤਾਰੀ ਪੁਰਖ ਨੇ। ਜਿਵੇਂ ਪਹਿਲਾਂ ਅਵਤਾਰ ਆਏ, ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸਚਾਈ ਨੂੰ ਬਿਆਨ ਕੀਤਾ ਗਿਆ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ। ਸਤਿਯੁਗ ਵਿੱਚ ਤੂੰ 52 ਅਵਤਾਰ ਹੋ ਕੇ ਆਇਆ। ਤ੍ਰੇਤੇ ਤੈ ਮਾਣਿਓ RAM ਰਘਵੰਸ ਕਹਾਇਓ। ਤ੍ਰੇਤੇ ਯੁੱਗ ਵਿੱਚ ਫਿਰ ਸ਼੍ਰੀ ਰਾਮਚੰਦਰ ਦੇ ਰੂਪ ਵਿੱਚ ਆਏ ਤੁਸੀਂ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਰੂਪ ਵਿੱਚ ਆਏ, ਸੰਸਾਰ ਨੂੰ ਲੀਲਾ ਨਾਲ ਜੋੜਿਆ। ਸ਼੍ਰੀ ਰਾਮਚੰਦਰ ਜੀ ਨੇ ਮਰਿਆਦਾ ਨਾਲ ਜੋੜਿਆ। ਕਲਯੁਗ ਪਰਮਾਨ ਨਾਨਕ ਗੁਰੂ ਅੰਗਦ ਅਮਰ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਗਰ ਸੈਣ ਕੋ ਰਾਜ ਅਭੈ ਭਗਤੈ ਜਨ ਦੀਓ। ਕਲਯੁਗ ਪਰਮਾਨ ਨਾਨਕ ਗੁਰੂ ਅੰਗਦ ਅਮਰ ਕਹਾਇਓ। ਕਲਯੁਗ ਦੇ ਅਵਤਾਰ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੋਏ, ਜਿਨ੍ਹਾਂ ਨੇ ਸਚਾਈ ਪ੍ਰਗਟ ਕਰ ਦਿੱਤੀ ਕਿ ਇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਵਰਤਾਰਾ ਜਿਵੇਂ ਵਰਤ ਰਿਹਾ ਹੈ, ਕਲਯੁਗ ਦਾ ਵਰਤਾਰਾ ਵਰਤ ਰਿਹਾ ਹੈ। ਉਸ ਪਰਮਾਤਮਾ ਦੇ ਪਸਾਰੇ ਦੇ ਅੰਦਰ ਆਪ ਹੀ ਉਹ ਗੁਪਤ ਰੂਪ ਵਿੱਚ ਵੀ ਹੈ, ਪ੍ਰਗਟ ਰੂਪ ਵਿੱਚ ਵੀ ਹੈ।
ਉਹ ਆਪ ਧੰਦੇ ਵਿੱਚ ਲਾਉਂਦਾ ਹੈ, ਧੰਦੇ ਵਿੱਚ ਲੱਗਦਾ ਹੈ। ਉਸ ਪ੍ਰਮਾਤਮਾ ਦੇ ਕੀਤੇ ਹੋਏ ਕਰਮ ਨੇ, ਕੁਝ ਕਰਵਾਏ ਹੋਏ ਕਰਮ ਨੇ। ਕੁਝ ਕਰਮ ਕਰਵਾਉਂਦਾ ਹੈ, ਕੁਝ ਕੀਤੇ ਕਿਤਾਏ ਕਰਮਾਂ ਨੂੰ ਵਾਚਦਾ ਰਹਿੰਦਾ ਹੈ। ਇਸ ਵਾਸਤੇ ਪ੍ਰਮਾਤਮਾ ਅਕਾਲ ਪੁਰਖ ਆਪ ਸਾਰਿਆਂ ਨੂੰ ਚਲਾਉਂਦਾ ਹੈ। ਤੇ ਸਤ ਸੰਗਤ ਇੱਕ ਚਲਾਉਂਦਾ, ਇੱਕ ਚੱਲਦਾ। ਪ੍ਰਮਾਤਮਾ ਦਾ ਵਿਧਾਨ ਹੈ, ਮਰਜ਼ਾਦਾ ਹੈ। ਇਸ ਵਾਸਤੇ ਇੱਕ ਅਗਿਆਨੀ ਹੈ, ਇੱਕ ਗਿਆਨੀ ਹੈ। ਇੱਕ ਅੱਗੇ ਨੂੰ ਦੌੜ ਰਿਹਾ, ਇੱਕ ਪਿੱਛੇ ਨੂੰ ਦੌੜ ਰਿਹਾ। ਇੱਕ ਸਤ ਸੰਗਤ ਕੇਵਲ ਨਿੰਦਾ ਨਾਲ ਜੁੜ ਚੁੱਕਾ ਹੈ, ਇੱਕ ਕੇਵਲ ਤੇ ਕੇਵਲ ਉਸਤਤ ਨਾਲ ਜੁੜਿਆ ਹੋਇਆ। ਇੱਕ ਦੇ ਜੀਵਨ ਵਿੱਚ ਘਾਟਾ ਹੀ ਘਾਟਾ, ਘਾਟਾ ਹੀ ਘਾਟਾ ਪੈ ਰਿਹਾ ਹੈ। ਧਰਮ ਵਾਲੇ ਪਾਸੋਂ ਇੱਕ ਦੇ ਜੀਵਨ ਵਿੱਚ ਵਾਧਾ ਹੀ ਵਾਧਾ, ਵਾਧਾ ਹੀ ਵਾਧਾ ਹੋ ਰਿਹਾ। ਇਹ ਦੋ ਪ੍ਰਕਾਰ ਦੇ ਜਿਹੜੇ ਰੰਗ ਨੇ, ਇਹ ਵੱਖਰੇ ਵੱਖਰੇ ਨੇ। ਕਿਧਰੇ ਵੈਦ ਨਹੀਂ ਲੱਭਦਾ, ਰੋਗੀਆਂ ਦੀ ਭਰਮਾਰ ਹੈ, ਤੇ ਕਿਧਰੇ ਰੋਗੀ ਕੋਈ ਨਹੀਂ, ਵੈਦ ਬੜੇ ਨੇ, ਦਵਾਈ ਦੇਣ ਵਾਲੇ ਬੜੇ ਨੇ। ਕਿਧਰੇ ਰੋਗ ਕੋਈ ਨਹੀਂ, ਦਵਾਈ ਦੇਣ ਵਾਲੇ ਜ਼ਿਆਦਾ ਨੇ, ਲੈਣ ਵਾਲਾ ਕੋਈ ਨਹੀਂ। ਤੇ ਕਿਧਰੇ ਲੈਣ ਵਾਲੇ ਬਹੁਤ ਜ਼ਿਆਦਾ ਨੇ, ਦੇਣ ਵਾਲਾ ਵੈਦ ਕੋਈ ਨਹੀਂ। ਇਹ ਦੋ ਰੰਗੀ ਸੰਸਾਰ ਹੈ। ਇਹਦਾ ਦੋਵਾਂ ਨੂੰ ਇਕੱਠਾ ਫਿਰ ਬਿਆਨ ਕੀਤਾ। ਵੈਦ ਮੂਆ, ਰੋਗੀ ਮੂਆ, ਮੂਆ ਸਭ ਸੰਸਾਰ। ਕਹਿਣ ਲੱਗੇ ਵੈਦ ਵੀ ਮਰ ਜਾਏਗਾ ਤੇ ਰੋਗੀ ਵੀ ਮਰ ਜਾਏਗਾ। ਐਸਾ ਨਾ ਸਮਝਣਾ ਕਿ ਇੱਕ ਦੇ ਜੀਵਨ ਵਿੱਚ ਮੌਤ ਆਏਗੀ, ਨਹੀਂ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਿਡਾਨੀ ਰੇ। ਕਹਿੰਦੇ ਮੌਤ ਵੱਡੀ ਹੈ ਭਾਈ, ਰਾਜਾ ਵੀ ਮਰੇਗਾ ਤੇ ਪਰਜਾ ਦੇ ਜੀਵਾਂ ਨੂੰ ਵੀ ਸੰਸਾਰ ਤੋਂ ਤੁਰਨਾ ਪਵੇਗਾ। ਇਸ ਪ੍ਰਕਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਮਾਤਾ ਪਿਤਾ ਉਪਰਾਮ ਹੋ ਗਏ। ਵੈਦ ਬੁਲਾਇਆ, ਧਿਆਨ ਦੇਈਏ ਪ੍ਰਸੰਗ ਹੈ। ਸਰਾਣੇ ਬੈਠ ਕੇ ਜਦੋਂ ਨਬਜ਼ ਦੇਖਣ ਲੱਗਾ, ਸਤਿਗੁਰੂ ਨੇ ਬਾਂਹ ਪਿਛਾਂ ਖਿੱਚ ਲਈ। ਕਹਿੰਦੇ ਨਹੀਂ, ਤੈਨੂੰ ਬਾਂਹ ਨਹੀਂ ਦਿਖਾਉਣੀ। ਕਹਿਣ ਲੱਗੇ ਕਾਰਨ। ਫਿਰ ਕਾਰਨ ਇਸ ਸ਼ਲੋਕ ਵਿੱਚ ਉਚਾਰਿਆ। ਵੈਦਾ ਵੈਦ ਸੋ ਵੈਦ ਤੂੰ। ਵੈਦਾਂ ਵਿੱਚੋਂ ਵੈਦ, ਡਾਕਟਰਾਂ ਵਿੱਚੋਂ ਵੱਡਾ ਡਾਕਟਰ, ਕਹਿੰਦਾ ਕਹਾਉਂਦਾ ਡਾਕਟਰ। ਵੈਦਾ ਵੈਦ ਸੋ ਵੈਦ ਤੂੰ। ਪਹਿਲਾਂ ਰੋਗ ਪਛਾਣ, ਪਹਿਲਾਂ ਰੋਗ ਦੀ ਪਛਾਣ ਕਰ, ਪਹਿਲਾਂ ਉਸ ਰੋਗ ਨੂੰ ਦੇਖ। ਪਰ ਗੁਰੂ ਸਵਾਰਿਓ, ਇਹ ਜਿਹੜੀ ਪਛਾਣ ਹੈ, ਇਹ ਵੀ ਸਾਰਿਆਂ ਦੇ ਵੱਸ ਦੀ ਗੱਲ ਨਹੀਂ, ਇਸ ਜੀਵ ਦੇ ਵੱਸ ਦੀ ਗੱਲ ਨਹੀਂ। ਪਰ ਗੁਰੂ ਨਾਨਕ ਪਾਤਸ਼ਾਹ ਉੱਤਰ ਬਹੁਤ ਪਿਆਰਾ ਦਿੰਦੇ ਨੇ। ਵੈਦਾ ਵੈਦ ਸੋ ਵੈਦ ਤੋਂ, ਪਹਿਲਾਂ ਰੋਗ ਪਛਾਣ ਐਸਾ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਤੂੰ ਵੈਦ ਬਣਿਆ ਹੈ ਤਾਂ ਰੋਗ ਦੀ ਪਛਾਣ ਤਾਂ ਕਰ ਕਿ ਉਹ ਰੋਗ ਉੱਠਿਆ ਕਿੱਥੋਂ ਹੈ, ਉਹ ਸ਼ੁਰੂਆਤ ਉਸ ਦੀ ਕਿੱਥੋਂ ਹੋਈ ਹੈ। ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਕਹਿੰਦੇ ਜਿਹੜਾ ਦਰਦ ਹੈ ਉਹ ਹਿਰਦੇ ਵਿੱਚ ਹੈ। ਵੈਦ ਭੋਲਾ ਹੈ, ਉਹ ਜਾਣਦਾ ਨਹੀਂ ਹੈ। ਭਾਵ ਪਹਿਲੇ ਸਮੇਂ ਦੇ ਵਿੱਚ ਜੋ ਵੈਦ ਹੈ ਉਹ ਨਬਜ਼ ਨਾਲ ਹੀ ਸਭ ਕੁਝ ਦੇਖ ਲੈਂਦਾ ਸੀ। ਹੁਣ ਜਿਵੇਂ ਅੱਜ ਕੱਲ੍ਹ ਵੀ ਸਭ ਤੋਂ ਪਹਿਲਾਂ ਕਹਿਣਗੇ ਇਹਦਾ ਚੈੱਕਅਪ ਕਰਾਓ। ਬਾਂਹ 'ਤੇ ਸੱਟ ਲੱਗ ਗਈ ਹੈ, ਕੀ ਪਤਾ ਬਾਂਹ ਟੁੱਟੀ ਹੈ, ਨਹੀਂ ਟੁੱਟੀ, ਫ੍ਰੈਕਚਰ ਹੋਇਆ ਨਹੀਂ ਹੋਇਆ, ਕੀ ਹੋਇਆ ਕੋਈ ਪਤਾ ਨਹੀਂ ਕਿਸੇ ਨੂੰ। ਪਹਿਲਾਂ ਇਸ ਦਾ ਐਕਸਰਾ ਕਰਾਓ, ਪਹਿਲਾਂ ਦੇਖੋ ਇਸ ਨੂੰ ਚੰਗੀ ਤਰ੍ਹਾਂ, ਪਛਾਣ ਕਰੋ ਕਿ ਰੋਗ ਕੀ ਹੈ। ਤੇ ਸਤ ਸੰਗਤ, ਵੈਦ ਮਨੁੱਖ ਜਿਹੜੇ ਵੈਦ ਹਨ, ਡਾਕਟਰ ਹਨ, ਵਿਗਿਆਨੀ ਹਨ, ਖੋਜਕਾਰ ਹਨ, ਉਹ ਬੜਾ ਯਤਨ ਕਰਦੇ ਨੇ। ਕਈ ਵਾਰ ਉਹਨਾਂ ਦੇ ਹੱਥ ਵੱਸ ਕੁਝ ਵੀ ਨਹੀਂ ਰਹਿੰਦਾ। ਬਾਣੀ ਵਿੱਚ ਦਰਜ ਹੈ, ਵੈਦ ਕਹੇ ਹਉ ਭੀ ਭਲਾ, ਦਾਰੂ ਮੇਰੇ ਵਸ। ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ। ਜਦੋਂ ਮਰਜ਼ੀ ਖੋਹ ਲਵੇ, ਕਿਉਂਕਿ ਵੈਦ ਦੇ ਹੱਥ ਸਭ ਕੁਝ ਨਹੀਂ ਹੈ। ਇਸੇ ਕਰਕੇ ਵਿਦਵਾਨ ਨੇ ਕਿਹਾ ਸੀ ਨਾ, ਦਇਆ ਸਿੰਘ ਨਾ
दया सिंह मौत दी ना मिले दारू, उम्र वधावणे नूं लम्मी उम्र करन वास्ते तां सारे तुरे फिरदे ने। मेरी लम्मी उम्र हो जाए, मेरी लम्मी आरजू हो जाए, पर याद रहे लम्मी आरजू उन्हां दी है जिहड़े चलदे रहिंदे ने, जिन्हां दी सरीरक वर्जिश है, जिन्हां दी भज दौड़ है। ते जिहड़े रुक जांदे ने उन्हां नूं तां फिर थोड़ी जी उम्र विच ही बुढ़ेपा घेर लैंदा है। इस वास्ते वैदगी भी वो है जिस वैदगी दे विच सत्संगत परमेश्वर नूं चेते रखिया जाए। गुरु हरकृष्ण सह बाला प्रीतम वर्गा वैद कोई नहीं लभना। क्यों? क्योंकि उन्हां दे दर्शन कर लईए ते रोग चला जांदा है। श्री हरकृष्ण ध्याई है जिस डिठे सब दुख जाए। दर्शन करो रोग चला गया। गुरदेव पिता सानू समझाउंदे कहन लगे, तू अपने जीवन दे विच मित्र किनू बनावेगा, सज्जन किनू बनावेगा, अपना किनू बनावेगा? पता है किनू बना अपना? जिस दे जीवन विच धर्म होवे, जिस दे जीवन विच सादगी होवे, जिस दे जीवन विच प्रेम होवे, जिस दे जीवन विच सबर होवे, जिस दे जीवन दे विच परमात्मा दी प्राप्ति होवे, याद बनी रहे, पपीहे वांग हर वक्त याद करे, ਉਹਨੂੰ ਮਿੱਤਰ बना ले। क्योंकि जिन्हां दे संदड़ियां दुरमत वंजै, मेरी भैड़ी मत खत्म हो जाए, मित्र असाडड़े से। मुबारक बचन मन विच वसाउणा। जिन्हां दे संदड़ियां दुरमत वंजै, दुरमत खत्म होवे, भैड़ी मत खत्म होवे, औगण मेरे खत्म होण, मेरा तां मित्र वो है, बाकी मेरे मित्र नहीं। बंदा की करदा, सारियां नूं मित्र बना लैंदा, कहंदा चलो ਇਹਦੇ ਵਿੱਚ ਕੋਈ ਔਗਣ ਹੈ ਇਹਨੂੰ ਵੀ ਮਿੱਤਰ ਬਣਾ ਲਓ, ਇਹਦੇ ਵਿੱਚ ਗੁਣ ਹੈ ਇਹਨੂੰ ਵੀ ਮਿੱਤਰ ਬਣਾ ਲਓ, ਗੁਣਾਂ ਵਾਲਿਆਂ ਨੂੰ ਵੀ ਮਿੱਤਰ, ਔਗਣਾਂ ਵਾਲਿਆਂ ਨੂੰ ਵੀ ਮਿੱਤਰ। ਪਰ ਗੁਰਬਾਣੀ ਦਾ ਫੈਸਲਾ ਹੈ, ਤੇਰਾ ਮਿੱਤਰ ਉਹ ਹੈ ਜਿਨ੍ਹਾਂ ਦੇ ਸੰਦੜੀਆਂ ਦੁਰਮਤ ਵੰਜੈ, ਮਨ ਮਤ ਚਲੀ ਜਾਏ, ਵਹਿਮ ਭਰਮ ਚਲੇ ਜਾਣ। ਤੇ ਬਹੁਤੇ ਮਿਲਦੇ ਨੇ ਨਾ, ਉਹ ਹੋਰ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ, ਹੋਰ ਵਹਿਮਾਂ ਭਰਮਾਂ ਵਿੱਚ ਪਾਉਂਦੇ ਨੇ। ਸਲਾਹਾਂ ਦੇਣ ਵਾਲੇ ਬੜੇ ਹੁੰਦੇ ਨੇ। ਕੁਝ ਕਹਿਣ ਲੱਗਾ ਸੀ ਪਰ ਹੁਣ ਨਹੀਂ ਕਹਾਂਗਾ, ਅਖਰੀ ਅਰਥ ਸ਼ਲੋਕ ਦੇ ਕਰੀਏ ਨਿਸ਼ਚਿਤ। ਸਮਾਂ ਸਮਾਪਤ ਹੈ। ਵੈਦਾ ਵੈਦ ਸੋ ਵੈਦ ਤੂੰ, ਗੁਰੂ ਅੰਗਦ ਦੇਵ ਜੀ ਵਿਆਖਿਆ ਕਰਦੇ ਸ਼ਲੋਕ ਦੀ। ਵੈਦਾ ਵੈਦ ਸੋ ਵੈਦ ਤੂੰ, ਪਹਿਲਾਂ ਰੋਗ ਪਛਾਣ। ਐ ਵੈਦ ਤੂੰ ਰੋਗ ਦੀ ਪਛਾਣ ਕਰ ਲਈ ਹੈ ਵੀ ਰੋਗ ਚੱਲਿਆ ਕਿੱਥੋਂ ਹੈ, ਇਹਦੀਆਂ ਅਲਾਮਤਾਂ ਕੀ ਨੇ, ਇਹਦੇ ਲੱਛਣ ਕੀ ਨੇ, ਇਹ ਕਾਰਨ ਕੀ ਹੈ ਇਸ ਦਾ। ਜਿਵੇਂ ਕੋਈ ਜਾ ਕੇ ਕਹੇ ਕਿ ਮੇਰਾ ਪੇਟ ਦਰਦ ਹੈ, ਬਾਅਦ ਵਿੱਚ ਪਤਾ ਲੱਗਿਆ ਕਿ ਪੇਟ ਦਰਦ ਦਾ ਕਾਰਨ ਇਹ ਸੀ ਕਿ ਇਸ ਨੇ ਕੱਚਾ ਭੋਜਨ ਖਾ ਲਿਆ, ਕੱਚਾ ਭੋਜਨ ਖਾ ਲਿਆ, ਜਿਸ ਕਰਕੇ ਪੇਟ ਦਰਦ ਹੈ। ਤਾਂ ਪਹਿਲਾਂ ਕੀ ਹੁੰਦਾ ਸੀ, ਦਵਾਈ ਲੈਣ ਗਏ, ਉਹ ਪੁੱਛਦੇ ਸਨ ਸਵੇਰੇ ਕੀ ਖਾਧਾ, ਕੱਲ੍ਹ ਕੀ ਖਾਧਾ, ਪਰਸੋਂ ਕੀ ਖਾਧਾ। ਤੇ ਹੁਣ ਕੀ ਕਰ, ਹੁਣ ਪੁੱਛਦੇ ਨਹੀਂ, ਹੁਣ ਕਹਿੰਦੇ ਨੇ ਹਾਂ ਟੈਸਟ ਕਰਦੇ ਹਾਂ, ਆ ਇੰਨੇ ਟੈਸਟ ਕਰਵਾ ਲਿਓ। ਪੈਸੇ ਬਣਾਉਣ ਦੇ ਲਾਲਚ ਵਿੱਚ ਇੱਕ ਮਨੁੱਖ ਨੂੰ ਰੋਗ ਕੋਈ ਹੋਰ ਹੈ, ਰੋਗ ਕੋਈ ਹੋਰ ਹੈ, ਟੈਸਟ ਕੋਈ ਹੋਰ ਕਰੀ ਜਾਂਦੇ ਨੇ। ਤੇ ਐਸਾ ਕਿਉਂ ਹੈ? ਕਿਉਂਕਿ ਰੋਗ ਦੀ ਵੈਦ ਨੂੰ ਪਛਾਣ ਨਹੀਂ ਹੈ। ਗੁਰਦੇਵ ਕਹਿੰਦੇ ਪਛਾਣ ਕਰ। ਐਸਾ दारू ਲੋੜ ਲਓ ਜਿਤ ਵੰਜੈ ਰੋਗਾਂ, ਸਾਰੇ ਰੋਗਾਂ ਦਾ ਘਾਣ ਹੋ ਜਾਏ, ਖਾਤਮਾ ਹੋ ਜਾਏ, ਇੱਦਾਂ ਦਾ दारू ਲਿਆ। ਕੋਈ ਹੈ ਤੇਰੇ ਕੋਲ? ਡਾਕਟਰ ਕਹੇਗਾ ਨਹੀਂ ਨਹੀਂ, ਅੱਖਾਂ ਦੀ ਦਵਾਈ ਵੱਖਰੀ ਹੁੰਦੀ ਹੈ, ਦੰਦਾਂ ਦੀ ਵੱਖਰੀ ਹੁੰਦੀ ਹੈ, ਸਿਰ ਦਰਦ ਦੀ ਵੱਖਰੀ, ਪੇਟ ਦਰਦ ਦੀ ਵੱਖਰੀ,
गोडे दर्द दी सारियां दवाइयां वखरियां वखरियां दर्द दियां हुंदियां ने। सारे शरीर दे रोगां दर्दां दी एक दवाई नहीं हुंदी, पर गुरु अंगद देव जी कहंदे एक दवाई है। गुरु अंगद देव पातशाह इत्थे कहंदे जित दारू रोग उठिया तन सुख वसै आए। इधर कहंदे दवाई अंदर चली गई, रोग उठ के बाहर चला गया, भाव के रोग निकल गया, ताप बाहर निकल गया। ताप पाप संताप बिन से, पर कदों ये बिनस जाते ने जदों इस दे अंदर नाम दी औखद चली जाती है। नाम दी औखद, तन सुख वसै आए, शरीर सुखी हो गया। रोग गवाए अपना ता नानक वैद सदाए। कहंदे नानक एडा वड्डा वैद है, कहंदे अपने हौमे दा रोग दूर कर। ये हौमे दे रोग ने, ये दीर्घ रोग बनिया पिया, वड्डा रोग बनिया पिया। इसने धर्म नहीं कमाउण दिता, ये वड्डा रोग है। इस वड्डे रोग ने किसी नूं सुखी नहीं होण दिता। सत संगत, हौमे आ जाए ना पति पत्नी दे जीवन विच, ओही पत्नी जिसने अपना घर चलाउणा है, वसाउणा है, अपने घर नूं तरक्की वल लैके जाना, ओही इस्त्री अपने घर विच आप हंकार विच आ गई। जदों हौमे विच आ गई, जदों कोई रोग लग गया तो ओही घर की हुंदा है, बर्बाद हो जाता है। तलाक तक की नौबत आ जाती है। अदालतां विच तुहानूं नहीं पता अज 60% केस वो चल रहे ने, केस वो चल रहे ने पति पत्नी दे झगड़े। क्यों? रोग किहड़ा? हौमे। हौमे की कहती है? मैं हाँ, मैं हाँ। ते गुरदेव पिता कहते आओ मैं तुहाडा रोग कटदा हाँ। मन मेरे जिन अपना भरम गवाता। मना तेरे मन विच भरम है, मैं वड्डा हाँ, मैं सियाणा हाँ। नहीं ये भरम नूं गवा। तिस कै भाणे कोई ना भूला जिन सगलो ब्रह्म पछाता। अगली पंक्ति सांझी करन लगा सां। संत संग जाका मन शीतल ओ जाने सगली ठांडी। हौमै रोग जाका मन व्यापत ओ जन्म मरै बिल लाती। इस पावन पंक्ति विच की वाक आया? कह के खिमा मंगा। हौमै रोग जाका मन व्यापत। जिस दा मन हौमे दे रोग विच हर वक्त रहिंदा है, वो जन्म मरे बिल लाती। वो जमदा मरदा, वो अपने घर नूं वसाएगा नहीं, अपने घर नूं बर्बाद करके बह जाएगा। चाहिदा सी अपने घर नूं वसाउणा, बहुत कुछ सहन करना, पर सहन करन दी थां ते ये जीव गवा बैठा। बिन सतगुर सेवे जी के बंधना विच हौमे कर्म कमाए। जितनी देर तक जीव हौमे विच रह के कर्म करता है, ये रब तो भी दूर, ये परिवार तो भी दूर, ये घर अपना वसा भी सकता है, ये अपना घर जिहड़ा है बर्बाद भी कर सकता है। गुरु वैद है साडे अंदरों हौमे दा रोग कढ़दे ने, ते हौमे दा रोग दवाई देंदे ने सानू निमाणता दी। कहंदे सिखा तू अरदास करया कर, सिखां दा मन नीवा मत उच्ची। जिस दा मन नीवा वो कदे हौमे विच नहीं आउंदा, वो हंकार विच नहीं आउंदा। वो ठीक है प्राप्तियां करेगा, ज्ञान विज्ञान पढ़ेगा, जां उच्चे अहुदियां ते चले जाएगा, पर हंकार नहीं करेगा। गुरु समत बख्शण असीं अपने हौमे दे रोग नूं भी पछाणीए। सरीरक रोगां दा थोड़ा बहुता उपचार हो जाता है, वो भी जितनी देर तक दवाई खांदे रहो ठीक है, नहीं तो बाद विच फिर वो अपनी जड़ जिहड़ी है वो रोग दी लगी हुई बाहर फिर रोग प्रगट हो जाता है। इस वास्ते सरीरक उपचार थोड़ा बहुता होएगा,
पर जिहड़ा मन दा हौमे दा रोग है ਇਹਦਾ इलाज सतगुरु दे पास है। सतगुरु पास आके बेनती करिए, महाराज सानू समत बख्शो, सानू इहो जिहा जीवन दिओ जिस जीवन दे विच एक फिक्का ना गा लाए, सबना मैं सच्चा धनी। सारिਆਂ ਵਿੱਚ ਅਸੀਂ परमात्मा ਨੂੰ देख सकीए, अपने आप ਵਿੱਚ भी परमात्मा ਨੂੰ देख सकीए। इन्ने को शब्द प्रवान कर लेने जी। भुल चुक दी खिमा बख्श देना। रल मिल आखिए वाहिगुरु जी का खालसा वाहिगुरु जी की फतेह। रामकली महला तीजा।